TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਕੈਨੇਡਾ ਵਿੱਚ ਮੱਧਕਾਲੀ ਚੋਣਾਂ 20 ਸਤੰਬਰ ਨੂੰ, ਵੱਡੀ ਗਿਣਤੀ ਵਿੱਚ ਪੰਜਾਬੀ ਤੇ ਪੰਜਾਬਣਾ ਚੋਣ ਮੈਦਾਨ 'ਚ। ਕਿਊਬੈਕ ਵਿੱਚ ਅੱਜ ਤੋਂ ਹੋਇਆ ਕੋਵਿਡ ਵੈਕਸੀਨ ਪਾਸਪੋਰਟ ਲਾਗੂ। ਅਣਗਹਿਲੀ ਦਾ ਸਿਖਰ, ਬਠਿੰਡਾ ਦੀਆਂ ਸਰਕਾਰੀ ਗੱਡੀਆਂ ਤੇ ਕਾਨੂੰਨ ਪਾਕਿਸਤਾਨ ਦਾ ਲਾਗੂ। ਲਾਠੀ ਚਾਰਜ ਦਾ ਹੁਕਮ ਦੇਣ ਵਾਲੇ SDM ਦਾ ਕਰ ਦਿੱਤਾ ਗਿਆ ਤਬਾਦਲਾ। ਕਿਸਾਨ ਅੰਦੋਲਨ ਨੂੰ ਵੱਡੀ ਮਿਲੀ ਸਫਲਤਾ, ਅਡਾਨੀ ਗਰੁੱਪ ਦੇ ਪੰਜਾਬ ਵਿੱਚੋਂ ਉਖੜੇ ਪੈਰ। ਅਕਾਲੀ ਦਲ ਨੇ ਮਲੂਕਾ ਦੀਆਂ ਧਮਕੀਆਂ ਨੂੰ ਕੀਤਾ ਨਜ਼ਰਅੰਦਾਜ਼, ਆਪਣੇ 6 ਹੋਰ ਉਮੀਦਵਾਰ ਐਲਾਨੇ। ਦੋਸਤੋ ਆਹ ਕੁਝ ਖਬਰਾਂ ਹੋਣਗੀਆਂ, ਕੁਝ ਘਟਨਾਵਾਂ ਹੋਰ ਨੇ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਚਰਚਾ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਇੱਧਰ ਨੂੰ ਵਧਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਵਿਸਥਾਰ ਵੱਲ ਵਧਦੇ ਹਾਂ। ਕੈਨੇਡਾ ਦੇ ਵਿੱਚ 44ਵੀਆਂ ਸੰਸਦੀ ਚੋਣਾਂ ਹੋਣ ਜਾ ਰਹੀਆਂ ਨੇ। ਅਸਲ ਦੇ ਵਿੱਚ ਇਹ ਚੋਣਾਂ ਮੱਧਕਾਲੀ ਚੋਣਾਂ ਨੇ। ਤਕਰੀਬਨ 20 ਦਿਨ ਰਹਿੰਦੇ ਹੈ, ਭਾਵ 20 ਸਤੰਬਰ ਨੂੰ ਕੈਨੇਡਾ ਦੇ ਵਿੱਚ ਲੋਕਾਂ ਨੇ ਆਪਣਾ ਮਤਦਾਨ ਕਰ ਦੇਣਾ ਹੈ। ਕਿਹੜੀ ਪਾਰਟੀ ਨੂੰ ਜਿਤਾਉਣਗੇ, ਕਿਹੜੀ ਨੂੰ ਹਰਾਉਣਗੇ, ਹਾਲੇ ਕੁਝ ਨਹੀਂ ਆਖਿਆ ਜਾ ਸਕਦਾ, ਪਰ ਟੱਕਰ ਕਾਂਟੇ ਦੀ ਹੈ। ਚੋਣ ਮੈਦਾਨ ਨਿਤ ਪ੍ਰਤੀ ਦਿਨ ਭਖਦਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਕੁੱਲ 338 ਸੰਸਦ ਮੈਂਬਰ ਚੁਣੇ ਜਾਂਦੇ ਨੇ, ਜਿਨ੍ਹਾਂ ਵਾਸਤੇ ਆਉਣ ਵਾਲੀ 20 ਤਰੀਕ ਨੂੰ ਚੋਣਾਂ ਹੋਣਗੀਆਂ। ਉਸੇ ਹੀ ਦੇਰ ਰਾਤ ਨਤੀਜੇ ਆ ਜਾਣਗੇ। ਇਹ ਨਹੀਂ ਕਿ ਮਹੀਨਾ 2 ਮਹੀਨੇ ਲੋਕਾਂ ਦੇ ਸਾਹ ਸੁੱਕੇ ਰਹਿਣਗੇ। ਚੋਣਾਂ ਵਾਲੇ ਦਿਨ ਹੀ ਚੋਣਾਂ ਦੇ ਨਤੀਜੇ ਐਲਾਨੇ ਜਾਂਦੇ ਹੈ ਤੇ ਚੋਣਾਂ ਬੈਲਟ ਪੇਪਰ ਤੇ ਹੁੰਦੀਆਂ ਨੇ। 10 ਤਰੀਕ ਤੋਂ ਲੈ ਕੇ 13 ਤਰੀਕ, ਭਾਵ 10 ਸਤੰਬਰ ਤੋਂ 13 ਸਤੰਬਰ ਦੇ ਦਰਮਿਆਨ ਐਡਵਾਂਸ ਵੋਟਿੰਗ ਹੋਏਗੀ। 43ਵੀਂ ਸੰਸਦ ਦੇ 29 ਸੰਸਦ ਮੈਂਬਰ ਇਸ ਵਾਰ ਚੋਣ ਲੜਨ ਤੋਂ ਪਿੱਛੇ ਹਟ ਗਏ ਨੇ, ਜਿਨ੍ਹਾਂ ਨੇ ਮਨ ਬਣਾ ਲਿਆ ਕਿ ਅਸੀਂ ਚੋਣ ਨਹੀਂ ਲੜਨੀ। ਉਹਨਾਂ ਵਿੱਚ ਕੈਬਨਿਟ ਮੰਤਰੀ ਰਹੇ ਪੰਜਾਬੀ ਨਵਦੀਪ ਸਿੰਘ ਬੈਂਸ, ਸੰਸਦ ਮੈਂਬਰ ਰਮੇਸ਼ ਸੰਘਾ ਅਤੇ ਗਗਨ ਸਕੰਦ ਦਾ ਨਾਮ ਲਿਆ ਜਾ ਸਕਦਾ ਹੈ। 21 ਪੰਜਾਬਣਾਂ ਇਸ ਵਾਰ ਚੋਣ ਮੈਦਾਨ ਵਿੱਚ ਨਿਤਰੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਲਿਬਰਲ ਪਾਰਟੀ ਦੇ ਆਗੂ ਨੇ, ਕੰਜ਼ਰਵੇਟਿਵ ਲੀਡਰ ਨੇ ਐਰਨ ਓਟੂਲ, NDP ਦੇ ਆਗੂ ਨੇ ਜਗਮੀਤ ਸਿੰਘ, ਬਲਾਕ ਕਿਊਬਿਕਾ ਦੇ ਫਰਾਂਸਿਕ, ਗ੍ਰੀਨ ਪਾਰਟੀ ਦੇ ਆਗੂ ਅਨੈਮੀ ਪੌਲ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਨੇ ਮੈਕਸਿਮ ਵਰਨੀਅਰ। ਅਸਲ ਦੇ ਵਿੱਚ ਇਹ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਨੇ ਤੇ ਇਹਨਾਂ ਸੰਸਦੀ ਚੋਣਾਂ ਦੇ ਵਿੱਚ 21 ਪੰਜਾਬਣਾਂ ਲੋਕ ਸਭਾ ਦੇ ਵਿੱਚ ਪਹੁੰਚਣ ਦੇ ਵਾਸਤੇ ਫੈਡਰਲ ਚੋਣਾਂ ਲੜ ਰਹੀਆਂ ਨੇ, ਦਿਨ ਰਾਤ ਮਿਹਨਤ ਵੀ ਕਰ ਰਹੀਆਂ ਨੇ। 43ਵੀਂ ਸੰਸਦ ਦੇ ਵਿੱਚ ਦੱਸਣਾ ਬਣਦਾ ਕਿ ਅਨੀਤਾ ਆਨੰਦ, ਬਰਦੀਸ਼ ਚੱਗੜ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜੈਗ ਸਹੋਤਾ, ਕਮਲ ਖਹਿਰਾ ਅਤੇ ਰੂਬੀ ਸਹੋਦਾ ਸੰਸਦ ਮੈਂਬਰ ਚੁਣੀਆਂ ਗਈਆਂ ਸੀ, ਜੋ ਫਿਰ ਤੋਂ ਇੱਕ ਵਾਰ ਚੋਣ ਮੈਦਾਨ ਵਿੱਚ ਨੇ ਤੇ ਆਪਣੀ ਕਿਸਮਤ ਫਿਰ ਅਜਮਾ ਰਹੀਆਂ ਨੇ। ਪਿਛਲੀ ਸਰਕਾਰ ਦੇ ਵਿੱਚ, ਟਰੂਡੋ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੀ ਅਨੀਤਾ ਆਨੰਦ ਓਕਵਿਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ਤੇ ਇੱਕ ਵਾਰ ਫਿਰ ਤੋਂ ਚੋਣ ਲੜ ਰਹੀ ਹੈ। ਬਰਦੀਸ਼ ਚੱਗੜ ਫਿਰ ਤੋਂ ਚੋਣ ਲੜ ਰਹੇ ਨੇ ਵਾਟਰਲੂ ਹਲਕੇ ਤੋਂ, ਉਹ ਲਿਬਰਲ ਉਮੀਦਵਾਰ ਨੇ। ਕਿਊਬੈਕ ਦੇ ਇਤਿਹਾਸ ਦੇ ਵਿੱਚ ਪਹਿਲੀ ਪੰਜਾਬਣ ਸੰਸਦ ਮੈਂਬਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਵਾਲੀ ਅੰਜੂ ਢਿੱਲੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਨੇ ਤੇ ਲਿਬਰਲ ਪਾਰਟੀ ਦੀ ਟਿਕਟ ਤੋਂ ਆਪਣੀ ਇੱਕ ਵਾਰ ਫਿਰ ਤੋਂ ਉਹ ਕਿਸਮਤ ਅਜਮਾ ਰਹੇ ਨੇ। ਕੁਝ ਇੱਕ ਪੰਜਾਬੀ ਵੀ ਨੇ ਜਿਹੜੇ ਆਪਣੀ ਕਿਸਮਤ ਅਜਮਾ ਰਹੇ ਨੇ, ਵੇਖਦੇ ਆ ਕਿ ਉਹਨਾਂ ਵਿੱਚੋਂ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ। ਇਸ ਤਰ੍ਹਾਂ ਇਹ ਪੰਜਾਬਣਾ ਵੀ ਨੇ, ਦੇਖਾਂਗੇ ਕੌਣ ਜਿੱਤਦੀ ਹੈ ਤੇ ਕੌਣ ਹਾਰਦੀ ਹੈ। ਅੰਮ੍ਰਿਤਸਰ ਦੇ ਸਤਨਾਮ ਸਿੰਘ ਰੰਧਾਵਾ ਦੀ ਧੀ ਸੋਨੀਆ ਸਿੱਧੂ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨੇ। ਬਰੈਂਪਟਨ ਸਾਊਥ ਤੋਂ ਪੰਜਾਬੀ ਉਮੀਦਵਾਰਾਂ ਵਿਚਕਾਰ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਉਸ ਹਲਕੇ ਤੋਂ ਰਮਨਦੀਪ ਸਿੰਘ ਬਰਾੜ ਕੰਜ਼ਰਵੇਟਿਵ ਤੋਂ, ਤੇਜਿੰਦਰ ਸਿੰਘ NDP ਦੇ ਉਮੀਦਵਾਰ ਨੇ। ਕੈਲਗਰੀ ਸਕਾਈ ਵਿਊ ਕੈਨੇਡਾ ਦਾ ਇੱਕੋ ਇੱਕ ਅਜਿਹਾ ਸੰਸਦੀ ਹਲਕਾ ਆਖਿਆ ਜਾ ਸਕਦਾ ਹੈ ਜਿੱਥੇ ਪੰਜਾਬੀ ਉਮੀਦਵਾਰਾਂ ਦੇ ਵਿਚਕਾਰ ਚੌਕੋਣਾ ਮੁਕਾਬਲਾ ਹੋ ਸਕਦਾ ਹੈ। ਉਸ ਹਲਕੇ ਤੋਂ ਐਡਵੋਕੇਟ ਜਗਦੀਪ ਕੌਰ ਜੈਗ ਸਹੋਤਾ ਕੰਜ਼ਰਵੇਟਿਵ ਤੋਂ, ਜੋਰਜ ਚਾਹ ਲਿਬਰਲ ਪਾਰਟੀ ਤੋਂ, ਗੁਰਿੰਦਰ ਗਿੱਲ NDP ਤੋਂ ਤੇ ਹੈਰੀ ਢਿੱਲੋਂ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਉਮੀਦਵਾਰ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਦੇ ਭਾਰਤੀ ਫੌਜ ਵਿੱਚ ਕਰਨਲ ਰਹੇ ਸਵਰਗੀ ਮਹਿੰਦਰ ਸਿੰਘ ਬਾਠ ਦੀ ਧੀ ਟੀਨਾ ਬੈਂਸ ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਦੂਸਰੀ ਵਾਰ ਉਮੀਦਵਾਰ ਹੈ। ਪਿਛਲੀ ਵਾਰ ਉਹ ਚੋਣ ਹਾਰ ਗਏ ਸਨ।
ਤੇ ਇਸ ਹਲਕੇ ਤੋਂ 2 ਵਾਰ ਦੇ ਸੰਸਦ ਮੈਂਬਰ ਰਹੇ ਰਣਦੀਪ ਸਰਾਏ ਦੇ ਨਾਲ ਉਹਨਾਂ ਦੀ ਚੋਣ ਮੈਦਾਨ ਦੇ ਵਿੱਚ ਟੱਕਰ ਹੋਏਗੀ ਤੇ ਸ਼ਿਮਲਾ ਦੀ ਜੰਪਲ ਸੋਨੀਆ ਆਂਦੀ ਇਸੇ ਹਲਕੇ ਤੋਂ ਐਨਡੀਪੀ ਦੇ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾ ਰਹੇ ਨੇ। ਮੰਡੀ ਅਹਿਮਦਗੜ੍ਹ ਨੇੜਲੇ ਪਿੰਡ ਜੰਡਾਲੀ ਕਲਾਂ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਦੀ ਧੀ ਰੂਬੀ ਸਹੋਤਾ ਬਰੈਂਪਟਨ ਨਾਰਥ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਨੇ। ਰੀਅਲ ਅਸਟੇਟ ਏਜੰਟ ਵਜੋਂ ਮੇਧਾ ਜੋਸ਼ੀ ਜੋ ਕਿ ਉੱਥੇ ਕਾਫੀ ਸਰਗਰਮ ਨੇ, ਉਹ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ। ਰਾਜਪ੍ਰੀਤ ਕੌਰ ਰਾਜੀ ਤੂਰ ਫਲੀਟਵੁੱਡ ਪੋਰਟ ਕੈਲਸ ਤੋਂ ਐਨਡੀਪੀ ਦੀ ਟਿਕਟ ਤੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਰੇ ਨੇ। ਇਸੇ ਹਲਕੇ ਤੋਂ ਸਾਬਕਾ ਵਿਧਾਇਕ ਡੇਵ ਹੇਅਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਅਤੇ ਅੰਮ੍ਰਿਤ ਵੜਿੰਗ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨੇ। ਦਿੱਲੀ ਨਾਲ ਸੰਬੰਧਿਤ ਕਮਲ ਖਹਿਰਾ ਬਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਨੇ। ਐਨਡੀਪੀ ਨੇ ਉੱਥੋਂ ਗੁਰਪ੍ਰੀਤ ਗਿੱਲ ਨੂੰ ਟਿਕਟ ਦਿੱਤੀ ਹੋਈ ਹੈ। ਚੰਡੀਗੜ੍ਹ ਦੇ ਜੰਪਲ ਪ੍ਰੀਤੀ ਲਾਂਬਾ ਈਟੋਬੀਕੋ ਨਾਰਥ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਦੇ ਉਮੀਦਵਾਰ ਨੇ। 4 ਸਾਲ ਦੀ ਉਮਰ ਦੇ ਵਿੱਚ ਪੰਜਾਬ ਤੋਂ ਕੈਨੇਡਾਈ ਇੰਦਰਾ ਬੈਂਸ ਈਟੋਬੀਕੋ ਲੇਕ ਸ਼ੋਰ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਨੇ। ਜ਼ਿਲ੍ਹਾ ਮੋਗਾ ਦੇ ਨਾਲ ਸੰਬੰਧਿਤ ਪਿੰਡ ਹੈ, ਉੱਥੋਂ ਦੀ ਲਖਵਿੰਦਰ ਝੱਜ ਸਕੀਨਾ ਬਲਕੀ ਵੈਲੀ ਸੰਸਦੇ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਨੇ। ਇਸ ਤੋਂ ਪਹਿਲਾਂ ਉਹ 2 ਵਾਰ BC ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹੈ। ਮਨਿੰਦਰਜੀਤ ਕੌਰ ਤੰਬੜ ਉਹ ਵੀ ਆਪਣੀ ਕਿਸਮਤ ਅਜਮਾ ਰਹੇ ਨੇ ਅਤੇ ਪੀਅਰ ਫੋਰਡਸ ਡੋਨਲਡ ਹਲਕੇ ਤੋਂ ਉਹ ਐਨਡੀਪੀ ਉਮੀਦਵਾਰ ਨੇ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਨਾਲ ਸੰਬੰਧਿਤ ਡੈਂਟਿਸਟ ਭਾਵ ਡਾਕਟਰ ਨਵਰੀਨ ਗਿੱਲ ਐਬਸਪੋਰਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਨੇ। ਲੁਧਿਆਣਾ ਨੇੜਲੇ ਪਿੰਡ ਚੂੜਪੁਰ ਦੇ ਡਿਵੈਲਪਰ ਸੁਖ ਗਰੇਵਾਲ ਦੀ ਧੀ ਗੁਨੀਤ ਗਰੇਵਾਲ ਮਿਸ਼ਨ ਮੌਸਕੀ ਫਰੇਜ਼ਰ ਕੈਨਨ ਲਿਬਰਲ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾ ਰਹੇ ਨੇ। ਸਪੈਡਨਾ ਫੋਰਟ ਯਾਰਕ ਤੋਂ ਸੁਖੀ ਜੰਡੂ ਕੰਜ਼ਰਵੇਟਿਵ ਪਾਰਟੀ ਵੱਲੋਂ ਉਮੀਦਵਾਰ ਨੇ। ਸਬਰੀਨਾ ਗਰੋਵਰ ਕੈਲਗਰੀ ਸੈਂਟਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਨੇ। ਈਸ਼ਾ ਕੋਹਲੀ ਰਿਚਮੰਡ ਹਿੱਲ ਤੋਂ ਗ੍ਰੀਨ ਪਾਰਟੀ ਦੀ ਉਮੀਦਵਾਰ ਨੇ। ਸੈਨਿਚ ਗਲਫ ਆਈਲੈਂਡ ਤੋਂ ਸੁਬੀਨਾ ਸਿੰਘ ਐਨਡੀਪੀ ਦੀ ਉਮੀਦਵਾਰ ਨੇ। ਡਾਕਟਰ ਜਸਵੀਨ ਰਤਨ ਮਿਸੀਸਾਗਾ ਸਟ੍ਰੀਟਸਟੇਲ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ। ਹੁਣ 20 ਸਤੰਬਰ ਨੂੰ ਇਹਨਾਂ ਸਾਰੀਆਂ ਦੀਆਂ ਕਿਸਮਤਾਂ ਦੇ ਉੱਤੇ ਲੋਕਾਂ ਨੇ ਮੋਹਰ ਲਾ ਦੇਣੀ ਹੈ ਕਿ ਇਹਨਾਂ ਵਿੱਚੋਂ ਕਿਹੜੀ ਉਮੀਦਵਾਰ ਜਿੱਤਦੀ ਹੈ, ਕਿਹੜੀ ਮੈਂਬਰ ਪਾਰਲੀਮੈਂਟ ਬਣਨ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ। ਪਰ ਕੈਨੇਡਾ ਦੇ ਵਿੱਚ ਮੈਂ ਦੱਸਦੇ ਹਾਂ ਕਿ ਬਹੁਤ ਸਾਰੇ ਸੰਸਦੀ ਹਲਕੇ ਨੇ, ਉਹ ਸਰੀ ਵਿੱਚ ਵੀ ਨੇ, ਵੈਨਕੂਵਰ ਵਿੱਚ ਵੀ ਨੇ, ਐਬਸਫੋਰਡ ਵਿੱਚ ਵੀ ਨੇ, ਕੈਲਗਰੀ ਤੇ ਨਾਲ ਐਡਮਿੰਟਨ ਤੇ ਵਿਨੀਪੈਗ ਤੇ ਉਧਰ ਓਨਟੇਰੀਓ ਵਾਲੇ ਪਾਸੇ ਬਹੁਤ ਸਾਰੇ ਸੰਸਦੀ ਹਲਕੇ ਉਹ ਨੇ ਜਿੱਥੋਂ ਪੰਜਾਬੀ ਉਮੀਦਵਾਰ ਪਹਿਲਾਂ ਵੀ ਜਿੱਤਦੇ ਰਹੇ ਨੇ, ਜਿੱਥੋਂ ਪੰਜਾਬੀ ਵੋਟਰਾਂ ਦੀ ਜਿਹੜੀ ਵੋਟ ਹੈ ਉਹ ਕਾਫੀ ਅਹਿਮੀਅਤ ਰੱਖਦੀ ਹੈ। ਉਹ ਜਿਤਾਉਣ ਤੇ ਹਰਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਆ। ਇਸੇ ਕਰਕੇ ਲਗਭਗ ਸਾਰੀਆਂ ਪਾਰਟੀਆਂ ਨੇ ਬਹੁਤ ਸਾਰੇ ਪੰਜਾਬੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹੋਈਆਂ ਨੇ ਅਤੇ ਸਾਰੀਆਂ ਪਾਰਟੀਆਂ ਦੇ ਲੀਡਰ ਇਹਨਾਂ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ। ਅਗਲੀ ਜਿਹੜੀ ਖਬਰ ਹੈ ਉਹ ਕੋਵਿਡ-19 ਅਤੇ ਉਹਦੇ ਪਾਸਪੋਰਟ ਨੂੰ ਲੈ ਕੇ ਖਬਰ ਹੈ। ਕਿਊਬੈਕ ਦੇ ਵਿੱਚ ਖਬਰ ਮਿਲ ਰਹੀ ਹੈ ਕਿ ਵੈਕਸੀਨ ਪਾਸਪੋਰਟ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਉੱਥੇ ਰਹਿੰਦੇ ਲੋਕਾਂ ਵਾਸਤੇ ਉਹਨਾਂ ਨੇ ਜਿਮ ਜਾਣਾ ਹੈ, ਰੈਸਟੋਰੈਂਟ ਜਾਣਾ ਹੈ ਜਾਂ ਕਿਸੇ ਪਾਸੇ ਹੋਰ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੈਕਸੀਨ ਲੱਗੀ ਦਾ ਸਬੂਤ ਦਿਖਾਉਣਾ ਲਾਜ਼ਮੀ ਕਰਾਰ ਕਰ ਦਿੱਤਾ ਗਿਆ ਹੈ। ਉੱਥੋਂ ਦੀ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਸਟਮ ਇਕਨੋਮੀ ਨੂੰ ਚੱਲਦਾ ਰੱਖਣ ਲਈ ਕੋਵਿਡ-19 ਦੇ ਸਪਰੈਡ ਨੂੰ ਰੋਕਣ ਦੇ ਵਾਸਤੇ ਲਾਗੂ ਕਰਨਾ ਬੜਾ ਲਾਜ਼ਮੀ ਸੀ। ਉੱਥੋਂ ਦੇ ਹੈਲਥ ਡਿਪਾਰਟਮੈਂਟ ਵੱਲੋਂ ਉੱਥੇ ਰਹਿੰਦੇ ਕਈ ਮਿਲੀਅਨ ਲੋਕਾਂ ਨੂੰ QR ਕੋਡ ਦੇ ਦਿੱਤੇ ਗਏ ਹੈ। ਉਹਨਾਂ ਨੂੰ ਰੈਸਟੋਰੈਂਟ ਵਿੱਚ ਜਾਂਦਿਆਂ, ਜਿਮ ਵਿੱਚ ਜਾਂਦਿਆਂ ਜਾਂ ਅਜਿਹੀ ਕਿਸੇ ਵੀ ਥਾਂ ਤੇ ਜਾਣ ਵਾਸਤੇ ਜਿੱਥੇ ਉਹਨਾਂ ਤੋਂ ਉਸ ਦੀ ਮੰਗ ਕੀਤੀ ਜਾਏਗੀ ਦਿਖਾਉਣਾ ਲਾਜ਼ਮੀ ਹੋਏਗਾ। ਕਿਊਬੈਕ ਦੇ ਸਿਹਤ ਮੰਤਰੀ ਨੇ ਕਿਹਾ ਕਿ ਅਗਲੇ 2 ਹਫ਼ਤੇ ਗ੍ਰੇਸ ਪੀਰੀਅਡ ਰਹੇਗਾ ਅਤੇ 2 ਹਫ਼ਤਿਆਂ ਤੋਂ ਬਾਅਦ ਭਾਵ 15 ਸਤੰਬਰ ਤੋਂ ਜੇਕਰ ਕਿਸੇ ਕੋਲ ਇਹ ਨਾ ਸਬੂਤ ਹੋਇਆ, ਇਹ ਪਾਸਪੋਰਟ ਨਾ ਹੋਇਆ ਤਾਂ ਕਿਊਬੈਕ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜੁਰਮਾਨੇ ਲੱਗਣੇ ਸ਼ੁਰੂ ਹੋ ਜਾਣਗੇ। ਤੇ ਆਉਣ ਵਾਲੇ ਦਿਨਾਂ ਵਿੱਚ ਇਕੱਲੇ ਕਿਊਬੈਕ ਸੂਬੇ ਵਿੱਚ ਨਹੀਂ, ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਤੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਕੋਵਿਡ-19 ਪਾਸਪੋਰਟ ਲਾਗੂ ਹੋਣ ਜਾ ਰਿਹਾ ਹੈ। ਇਹ ਵੀ ਹੋ ਸਕਦਾ ਕਿ ਸਾਰੀਆਂ ਦੁਨੀਆ ਦੇ ਮੁਲਕ ਵੀ ਜੇਕਰ ਇੱਕ ਦੂਸਰੇ ਮੁਲਕ ਦੀ ਤੁਸੀਂ ਯਾਤਰਾ ਕਰਨੀ ਹੈ ਤਾਂ ਇਹ ਪਾਸਪੋਰਟ ਉਹ ਲਾਗੂ ਕਰ ਦੇਣ। ਆਉਣ ਵਾਲੇ ਸਮੇਂ ਵਿੱਚ ਜੋ ਵੀ ਅਪਡੇਟ ਹੋਈ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਹੁਣ ਪੰਜਾਬ ਚੱਲਦੇ ਹਾਂ, ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਖਬਰ ਹੈ। ਦਰਅਸਲ ਬੇਅਦਬੀ ਨਾਲ ਜੁੜੇ 3 ਮਾਮਲੇ ਨੇ।
ਇਹਨਾਂ ਤਿੰਨ ਮਾਮਲਿਆਂ ਨੂੰ ਲੈ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਵਿੱਤਰ ਸਰੂਪ ਚੋਰੀ ਕਰਨ, ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਤਰਾਜ਼ਯੋਗ ਪੋਸਟਰ ਜਿਨ੍ਹਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਹੋਈ ਸੀ ਉਹ, ਫਿਰ ਬਰਗਾੜੀ ਦੀਆਂ ਗਲੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗਾਂ ਨੂੰ ਖਿਲਾਰਨ ਦੀ ਜਾਂਚ ਹੋ ਰਹੀ ਹੈ। ਭਾਵ ਇਹ ਤਿੰਨ ਮਾਮਲੇ ਹੈ। ਜਾਂਚ ਕਰ ਰਹੀ ਹੈ IG SPS ਪਰਮਾਰ ਦੀ ਅਗਵਾਈ ਹੇਠਲੀ ਸਿੱਟ। ਜਾਣਕਾਰੀ ਮਿਲੀ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ, ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਜਿਹੜੇ ਲੋਕ ਮਾੜੀ ਮੋਟੀ ਵੀ ਜਾਣਕਾਰੀ ਰੱਖਦੇ ਹੋਣ, ਹੋ ਸਕਦਾ ਉਹ ਸਿੱਟ ਵਾਸਤੇ, ਇਸ ਕੇਸ ਦੇ ਵਾਸਤੇ ਬਹੁਤ ਅਹਿਮ ਹੋਵੇ, ਮਹੱਤਵਪੂਰਨ ਹੋਵੇ, ਉਹਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਕਿ ਜੇਕਰ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਇਹਨਾਂ ਕੇਸਾਂ ਦੇ ਨਾਲ ਸੰਬੰਧਿਤ ਜਾਣਕਾਰੀ ਹੈ ਤਾਂ ਸਿੱਟ ਦੇ ਨਾਲ ਜ਼ਰੂਰ ਸਾਂਝੀ ਕਰਨ। ਤੇ ਇਹ ਵੀ ਦੱਸਿਆ ਗਿਆ ਕਿ ਇਹ ਜਾਣਕਾਰੀ ਅਤੇ ਉਹਨਾਂ ਦੇ ਨਾਮ ਗੁਪਤ ਰੱਖੇ ਜਾਣਗੇ। ਬਾਅਦ ਦੇ ਵਿੱਚ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ IG ਪਰਮਾਰ ਨੇ। ਉਹਨਾਂ ਨੇ ਕਿਹਾ ਕਿ ਸਿੱਟ ਦੇ ਵੱਲੋਂ ਇਹਨਾਂ ਤਿੰਨਾਂ ਮਾਮਲਿਆਂ ਦੀ ਤਫਤੀਸ਼ ਮੁਕੰਮਲ ਕਰਨ ਉਪਰੰਤ ਮੁਕੱਦਮਾ ਨੰਬਰ 117, 128, ਧਾਰਾ 295A ਅਤੇ 153A IPC ਤਹਿਤ 6 ਦੋਸ਼ੀਆਂ ਦੇ ਵਿਰੁੱਧ ਮਾਣਯੋਗ ਫਰੀਦਕੋਟ ਦੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਜਦਕਿ ਤੀਸਰੇ ਮੁਕੱਦਮੇ ਦੇ ਵਿੱਚ ਉਹ ਮੁਕੱਦਮਾ ਜਿਹਦੇ ਵਿੱਚ ਮਹਾਰਾਜ ਦੇ ਸਰੂਪ ਚੋਰੀ ਕਰਨ ਦੀ ਸਾਜ਼ਿਸ਼, ਜਿਸ ਦੇ ਵਿੱਚ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ, ਉਹਦੇ ਸੰਬੰਧੀ ਵੀ ਉਹ ਕਹਿੰਦੇ ਚਲਾਨ ਬੜੀ ਜਲਦ ਪੇਸ਼ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ 3 ਭਗੌੜੇ ਦੋਸ਼ੀਆਂ ਜਿਨ੍ਹਾਂ ਦੇ ਵਿੱਚ ਹਰਸ਼ ਧੂਰੀ ਜਿਹੜੇ ਧੂਰੀ ਦੇ ਰਹਿਣ ਵਾਲੇ ਆ, ਸੰਦੀਪ ਬਰੇਟਾ ਉਹ ਬਰੇਟਾ ਮੰਡੀ ਦੇ ਰਹਿਣ ਵਾਲੇ ਆ, ਅਤੇ ਇਹਦੇ ਨਾਲ ਹੀ ਪ੍ਰਦੀਪ ਕਲੇਰ ਜਿਹੜੇ ਇਸ ਵਕਤ ਭਗੌੜੇ ਨੇ, ਉਹਨਾਂ ਤਿੰਨਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਸੂਰਤ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹਾਲੇ ਤੱਕ ਸੰਭਵ ਨਹੀਂ ਹੋ ਸਕੀ ਅਤੇ ਇਹਨਾਂ ਤਿੰਨਾਂ ਦੀ ਚੱਲ ਅਚਲ ਜਾਇਦਾਦ ਦਾ ਵੇਰਵਾ ਅਦਾਲਤ ਦੇ ਵੱਲੋਂ ਮੰਗਿਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਤੀਸਰੇ ਮਾਮਲੇ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਾਹਤ ਦੇਣ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ, ਉਹ ਸਵਾਲ ਉਠਾਏ ਜਾ ਰਹੇ ਨੇ। ਉਹ ਕਹਿੰਦੇ ਇਹ ਬਿਲਕੁਲ ਨਿਰਆਧਾਰ ਹੈ, ਇਹ ਝੂਠ ਹੈ, ਇਹ ਤੋਂ ਇਲਾਵਾ ਕੁਝ ਨਹੀਂ। ਉਹਨਾਂ ਕਿਹਾ ਕਿ ਇਹਨਾਂ ਮਾਮਲਿਆਂ ਵਿੱਚ ਕਿਸੇ ਵੀ ਦੋਸ਼ੀ ਨੂੰ ਭਾਵੇਂ ਉਹ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਏਗਾ, ਚਾਹੇ ਛੋਟਾ ਹੋਵੇ ਵੱਡਾ ਹੋਵੇ, ਜਿੱਡਾ ਮਰਜ਼ੀ ਧਾਕੜ ਕਹਾਉਂਦਾ ਹੋਵੇ, ਉਹਨੂੰ ਬਖਸ਼ਾਂਗੇ ਨਹੀਂ। ਉਹਨਾਂ ਇਹ ਵੀ ਕਿਹਾ ਕਿ ਸਿੱਟ ਦੇ ਵੱਲੋਂ ਬੇਅਦਬੀ ਦੇ ਇਹਨਾਂ ਤਿੰਨਾਂ ਮਾਮਲਿਆਂ ਦੀ ਜਾਂਚ ਬਿਲਕੁਲ ਨਿਰਪੱਖ, ਨਿਰੋਲ, ਸਿਰਫ ਤੇ ਸਿਰਫ ਸਬੂਤਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਿਹੜੇ ਚੇਅਰਮੈਨ ਸਿੱਟ ਸੀ SPS ਪਰਮਾਰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦੱਸਿਆ ਗਿਆ ਕਿ ਮੱਥਾ ਵੀ ਟੇਕਣ ਵਾਸਤੇ ਗਏ। ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਇਹਨਾਂ ਕੇਸਾਂ ਦੇ ਨਾਲ ਸੰਬੰਧਿਤ ਕਿਸੇ ਕੋਲ ਹੋ ਸਕਦਾ ਕਿ ਤੁਹਾਨੂੰ ਮਾਮੂਲੀ ਜਾਣਕਾਰੀ ਲੱਗਦੀ ਹੋਵੇ, ਉਹ ਗੁਪਤ ਸੂਚਨਾ ਦਿਓ। ਤੁਹਾਡਾ ਨਾਮ ਫਿਰ ਮੈਂ ਦੱਸਦਾ, ਉਹਨਾਂ ਕਿਹਾ ਕਿ ਗੁਪਤ ਰੱਖਿਆ ਜਾਏਗਾ, ਪਰ ਉਹ ਹੋ ਸਕਦਾ ਕਿ ਇਸ ਕੇਸ ਦੇ ਵਾਸਤੇ ਜਾਣਕਾਰੀ ਬਹੁਤ ਅਹਿਮ ਹੋਵੇ। ਅਗਲੀ ਜਿਹੜੀ ਮਹੱਤਵਪੂਰਨ ਖਬਰ ਹੈ, ਇਹਨੂੰ ਅਣਗਹਿਲੀ ਆਖੀਏ ਜਾਂ ਅਣਗਹਿਲੀ ਦਾ ਸਿਖਰ ਆਖੀਏ, ਤੁਸੀਂ ਆਪਣੇ ਆਪ ਹਿਸਾਬ ਲਾ ਲਿਓ ਕਿ ਜਦੋਂ RTI ਰਾਹੀਂ ਸੂਚਨਾ ਮੰਗੀ ਗਈ ਕਿ ਕਿਵੇਂ ਸੁੱਤੇ ਲੋਕਾਂ ਨੇ ਸੂਚਨਾ ਸਾਹਮਣੇ ਲਿਆ ਕੇ ਰੱਖ ਦਿੱਤੀ। ਬਠਿੰਡਾ ਦੇ ਵਿੱਚ ਦਰਅਸਲ ਇਹ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਬਠਿੰਡਾ ਵਿੱਚ ਅਧਿਕਾਰੀਆਂ ਦੇ ਕੋਲ ਜਿਹੜੀਆਂ ਸਰਕਾਰੀ ਗੱਡੀਆਂ ਨੇ, ਤੁਸੀਂ ਹੈਰਾਨ ਹੋਵੋਗੇ ਕਿ ਸਰਕਾਰੀ ਗੱਡੀਆਂ ਦੇ ਉੱਤੇ ਕੀ ਪਾਕਿਸਤਾਨ ਦੇ ਕਾਨੂੰਨ ਲਾਗੂ ਹੁੰਦੇ ਨੇ। ਇਹ ਗੱਲ ਭਾਵੇਂ ਤੁਹਾਨੂੰ ਸੁਣਨ ਦੇ ਵਿੱਚ ਅਜੀਬ ਲੱਗ ਰਹੀ ਹੋਵੇ, ਪਰ DC ਦਫ਼ਤਰ ਦੇ ਮੁਲਾਜ਼ਮ ਇਹ ਕਹਿੰਦੇ ਆ, ਇਹ ਮੰਨਦੇ ਆ, ਲਿਖਤੀ ਰੂਪ ਦੇ ਵਿੱਚ ਦਿੱਤਾ ਉਹਨਾਂ ਨੇ। ਬਠਿੰਡਾ 'ਚ ਅਧਿਕਾਰੀਆਂ ਦੇ ਕੋਲ ਜਿਹੜੀਆਂ ਸਰਕਾਰੀ ਗੱਡੀਆਂ ਨੇ ਕਿ ਉਹਨਾਂ ਦੇ ਉੱਤੇ ਪਾਕਿਸਤਾਨ ਦਾ ਕਾਇਦਾ ਕਾਨੂੰਨ ਲਾਗੂ ਹੁੰਦਾ ਹੈ। ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸਨ ਨੇ RTI ਰਾਹੀਂ ਜਿਹੜੀ ਸੂਚਨਾ ਮੰਗੀ ਗਈ ਸੀ ਉਹਦੇ ਵਿੱਚ ਇਹ ਜਵਾਬ ਦਿੱਤਾ ਹੈ। ਅਸਲ ਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਨੇ ਗੁਰਲਾਬ ਸਿੰਘ ਹੋਰਾਂ ਨੇ ਪ੍ਰਸ਼ਾਸਨ ਦੇ ਕੋਲੋਂ RTI ਪਾ ਕੇ ਇਹ ਜਾਣਕਾਰੀ ਮੰਗੀ ਸੀ ਅਧਿਕਾਰੀਆਂ ਨੂੰ ਕਿ ਜਿਹੜੀਆਂ ਗੱਡੀਆਂ ਅਲਾਟ ਕੀਤੀਆਂ ਜਾਂਦੀਆਂ ਨੇ ਉਹਨਾਂ ਤੇ ਕਿਹੜੇ ਨਿਯਮ ਲਾਗੂ ਹੁੰਦੇ ਨੇ। RTI ਦੀ ਜਾਣਕਾਰੀ ਦੇਣ ਲਈ DC ਦਫ਼ਤਰ ਦੇ ਮੁਲਾਜ਼ਮਾਂ ਨੇ ਲੱਗਦਾ ਕਿ ਸ਼ਾਇਦ ਇੰਟਰਨੈਟ ਤੇ ਸਰਚ ਮਾਰੀ ਹੋਣੀ ਹੈ, ਸਰਚ ਕਿਤੇ ਪੰਜਾਬ ਉਧਰਲਾ ਖੁੱਲ੍ਹ ਗਿਆ ਹੋਣਾ ਤੇ ਉਹ ਪਾਕਿਸਤਾਨ ਨੇ ਨਿਯਮਾਂ ਦੀ ਕਾਪੀ ਐਡਵੋਕੇਟ ਗੁਰਲਾਬ ਸਿੰਘ ਨੂੰ ਲਿਖਤੀ ਰੂਪ ਦੇ ਵਿੱਚ ਭੇਜੀ ਹੈ। ਜਦੋਂ ਉਸਨੇ RTI ਦਾ ਜਵਾਬ ਪੜ੍ਹਿਆ ਤਾਂ ਉਹ ਹੈਰਾਨ ਹੋ ਗਏ ਐਡਵੋਕੇਟ ਸਾਹਿਬ ਕਿ ਮੈਂ ਪੜ੍ਹ ਕੀ ਰਿਹਾ। ਹਾਲਾਂਕਿ ਜਦੋਂ ਐਡਵੋਕੇਟ ਸਾਹਿਬ ਨੇ ਉਹ ਜਵਾਬ ਪੜ੍ਹਿਆ, ਉਹ ਈਮੇਲ ਪੜ੍ਹੀ, ਉਹ ਬੜੇ ਹੈਰਾਨ ਹੋਏ
ਹਾਲਾਂਕਿ ਮੁਲਾਜ਼ਮਾਂ ਨੇ ਆਰਟੀਆਈ 'ਚ ਡੀਸੀ ਬਠਿੰਡਾ, ਏਡੀਸੀ ਤੇ ਸਹਾਇਕ ਕਮਿਸ਼ਨਰ ਕੋਲ ਚੱਲਣ ਵਾਲੀਆਂ ਗੱਡੀਆਂ ਦੀ ਜਾਣਕਾਰੀ ਜਿਹੜੀ ਦਿੱਤੀ ਹੈ ਉਹ ਉਹਦੇ ਨੰਬਰਾਂ ਸਮੇਤ ਦਿੱਤੀ ਹੈ, ਪਰ ਨਿਯਮ ਤੇ ਕਾਨੂੰਨ ਪਾਕਿਸਤਾਨ ਦੇ ਨੇ। ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਰਟੀਆਈ ਦੇਣ ਦੇ ਸਮੇਂ ਡੀਸੀ ਦਫ਼ਤਰ ਦੇ ਸੁਪਰਡੈਂਟ ਗ੍ਰੇਡ 2 ਵੱਲੋਂ ਕਿ ਉਹਦੇ ਉੱਤੇ ਬਿਨਾਂ ਪੜ੍ਹੀ ਦਸਤਖਤ ਕਰ ਦਿੱਤੇ ਗਏ। ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ, ਪਰ ਗਲਤ ਰਿਕਾਰਡ ਦੇਣ ਦਾ ਜ਼ਿੰਮਾ ਆਪਣੇ ਜੂਨੀਅਰ ਮੁਲਾਜ਼ਮਾਂ ਤੇ ਸੁੱਟਿਆ ਜਾ ਰਿਹਾ, ਮੜਿਆ ਜਾ ਰਿਹਾ। ਉਹਨਾਂ ਦਾ ਕੰਮ ਬੋਝ, ਕਹਿੰਦੇ ਬਹੁਤ ਕੰਮ ਹੈ ਜੀ ਸਾਡੇ ਤੇ, ਬੋਝ ਹੀ ਬਹੁਤ ਹੈ ਜੀ ਸਾਡੇ ਤੇ। ਬਿਨਾਂ ਪੜ੍ਹੇ ਦਸਤਖਤ ਕਰਨ ਦਾ ਤਰਕ ਵੀ ਦਿੱਤਾ, ਪਰ ਏਡੀਸੀ ਵਿਕਾਸ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ ਅਪੀਲੈਂਟ ਅਥਾਰਟੀ ਨੇ, ਇਹ ਮਾਮਲਾ ਹਾਲੇ ਉਹਨਾਂ ਕੋਲ ਆਇਆ ਨਹੀਂ, ਜਿਸ ਕਰਕੇ ਹਾਲ ਦੀ ਘੜੀ ਇਹਦੇ ਤੇ ਉਹ ਕੁਝ ਕਹਿ ਨਹੀਂ ਸਕਦੇ। ਹੁਣ ਤੁਸੀਂ ਆਪ ਹਿਸਾਬ ਲਾਓ ਕਿ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਬੈਠੇ ਬਾਬੂ ਲੋਕ ਨੇ, ਉਹ ਕਿੰਨੇ ਕੁ ਧਿਆਨ ਦੇ ਨਾਲ ਐਪਲੀਕੇਸ਼ਨਾਂ ਪੜ੍ਹਦੇ ਆ, ਕਿੰਨੇ ਕੁ ਧਿਆਨ ਦੇ ਨਾਲ ਤੁਹਾਨੂੰ ਰਿਕਾਰਡ ਕੱਢ ਕੇ ਦਿੰਦੇ ਆ। ਜੇ ਆਰਟੀਆਈ ਰਾਹੀਂ ਸੂਚਨਾ ਮੰਗੀ ਗਈ, ਸਰਚ ਕੀਤਾ, ਪਰ ਕੀ ਸਰਚ ਕੀਤਾ ਤੇ ਕੀ ਦੇ ਦਿੱਤਾ? ਘੱਟੋ ਘੱਟ ਇਹ ਤਾਂ ਦੇਖ ਲਓ ਕਿ ਇੱਕ ਸੁਪਰੀਮ ਕੋਰਟ ਦਾ ਵਕੀਲ ਤੁਹਾਡੇ ਕੋਲੋਂ ਕੋਈ ਸੂਚਨਾ ਮੰਗ ਰਿਹਾ, ਬੜੀ ਸੁਹਿਰਦ ਤਰੀਕੇ ਨਾਲ ਉਹ ਸੂਚਨਾ ਦਿੱਤੀ ਜਾਣੀ ਚਾਹੀਦੀ ਸੀ। ਹੁਣ ਇਹ ਤਾਂ ਇੱਕ ਵਾਕਿਆ ਸਾਹਮਣੇ ਆ ਗਿਆ। ਆਮ ਲੋਕ ਜਿਹੜੇ ਜਾਂਦੇ ਆ ਦਫ਼ਤਰਾਂ ਦੇ ਵਿੱਚ, ਕੋਈ ਦਰਖਾਸਤ ਦਿੰਦਾ, ਉਹਨਾਂ ਨਾਲ ਇਹ ਕਿੰਨਾ ਕੁ ਸੁਚੱਜੇ ਤਰੀਕੇ ਨਾਲ ਪੇਸ਼ ਆਉਂਦੇ ਹੋਣਗੇ, ਕਿੰਨੀ ਕੁ ਸਹੀ ਜਾਣਕਾਰੀ ਦਿੰਦੇ ਹੋਣਗੇ, ਤੁਸੀਂ ਇਸ ਖਬਰ ਤੋਂ ਆਪਣੇ ਆਪ ਅੰਦਾਜ਼ਾ ਲਾ ਲਓ। ਅਗਲੀ ਜਿਹੜੀ ਖਬਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਖਬਰ ਹੈ ਅਤੇ ਇੱਕ ਸੀਨੀਅਰ ਲੀਡਰ ਲੱਗਦਾ ਹੈ ਕਿ ਨਾਰਾਜ਼ ਵੱਡੇ ਪੱਧਰ ਤੇ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਾਰਾਜ਼ਗੀਆਂ ਖੁੱਲ੍ਹ ਕੇ ਹੋਰ ਵੀ ਸਾਹਮਣੇ ਆਉਣਗੀਆਂ। ਪਰ ਇੰਨੀ ਕੁ ਗੱਲ ਜ਼ਰੂਰ ਹੈ ਕਿ ਬਾਕੀ ਧਿਰਾਂ ਦੇ ਨਾਲੋਂ, ਬਾਕੀ ਸਿਆਸਤਦਾਨਾਂ ਦੇ ਨਾਲੋਂ ਜਾਂ ਬਾਕੀ ਸਿਆਸੀ ਪਾਰਟੀਆਂ ਦੇ ਨਾਲੋਂ ਸ਼੍ਰੋਮਣੀ ਅਕਾਲੀ ਦਲ ਬਹੁਤ ਲੰਬਾ ਸਮਾਂ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਦਿੰਦਾ ਹੈ। ਜਿਨ੍ਹਾਂ ਨੇ ਰੁੱਸਣਾ ਹੁੰਦਾ ਇਹ ਵੀ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਪਾਣੀ 'ਚ, ਤੇ ਜੇਕਰ ਕਿਸੇ ਨੂੰ ਮਨਾਉਣਾ ਹੁੰਦਾ ਮਨਾ ਵੀ ਲਿਆ ਜਾਂਦਾ। ਪਰ ਕਾਂਗਰਸ ਉਧਰ ਐਨ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ, ਉਧਰ ਚੋਣਾਂ ਦੀ ਤਰੀਕ ਤੇ ਕਾਗਜ਼ ਭਰਨ ਦੀ ਤਰੀਕ ਨੇੜੇ ਹੁੰਦੀ ਹੈ, ਉਧਰ ਹਜੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਟਿਕਟ ਮਿਲਣੀ ਕਿਹਨੂੰ ਹੈ। ਬੀਤੇ ਦਿਨੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਜਦੋਂ ਰਾਮਪੁਰਾ ਫੂਲ ਤੋਂ ਟਿਕਟ ਦੇ ਦਿੱਤੀ ਗਈ ਤਾਂ ਉਹ ਕਹਿੰਦੇ ਸੀ ਨਾ, ਮੈਂ ਇੱਥੋਂ ਨਹੀਂ ਲੜਨਾ, ਇੱਥੋਂ ਤਾਂ ਮੇਰਾ ਪੁੱਤ ਲੜੂ, ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਉੱਥੇ ਸਰਗਰਮ ਹੈ। ਇਸ ਕਰਕੇ ਆਹ ਟਿਕਟ ਰਾਮਪੁਰਾ ਫੂਲ ਤੋਂ ਮੇਰੇ ਪੁੱਤਰ ਨੂੰ ਦਿੱਤੀ ਜਾਵੇ ਤੇ ਮੈਂ ਤਾਂ ਬੀਤੇ ਲੰਬੇ ਸਮੇਂ ਤੋਂ ਹਲਕਾ ਮੌੜ ਦੇ ਵਿੱਚ ਸਰਗਰਮ ਹੈ। ਟਿਕਟ ਦੇਣ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹਲਕਾ ਮੌੜ ਤੇ ਜਿਹੜੇ ਅਕਾਲੀ ਵਰਕਰ ਨੇ ਉਹਨਾਂ ਨੂੰ ਪੁੱਛ ਲਿਓ, ਜੇ ਨਾ ਪੁੱਛਿਆ ਤਾਂ ਹੋ ਸਕਦਾ ਕਿ ਅਕਾਲੀ ਦਲ ਨੂੰ ਖਮਿਆਜ਼ਾ ਭੁਗਤਣਾ ਪਵੇ। ਤੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਫਿਰ ਮੈਂ ਚੋਣ ਨਹੀਂ ਲੜਨੀ। ਇਹ ਸਾਰੀਆਂ ਜਿਹੜੀਆਂ ਧਮਕੀਆਂ ਸੀ ਜਾਂ ਧਮਕੀ ਭਰਿਆ ਲਹਿਜਾ ਸੀ, ਲੱਗਦਾ ਕਿ ਨਜ਼ਰ ਅੰਦਾਜ਼ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਨੇ। ਉਹਨਾਂ ਨੇ ਵਿਧਾਨ ਸਭਾ ਹਲਕਾ ਮੌੜ ਤੋਂ ਵੀ ਟਿਕਟ ਐਲਾਨ ਦਿੱਤੀ ਹੈ, ਪਰ ਮਲੂਕਾ ਸਾਹਿਬ ਨੂੰ ਨਹੀਂ ਦਿੱਤੀ। ਉਹਨਾਂ ਨੇ 6 ਉਮੀਦਵਾਰਾਂ ਦਾ ਨਾਮ ਐਲਾਨਿਆ। ਉਹਨਾਂ ਦੇ ਵਿੱਚ ਵਿਧਾਨ ਸਭਾ ਹਲਕਾ ਮੌੜ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਕੋਟਕਪੂਰਾ ਤੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਫਰੀਦਕੋਟ ਤੋਂ ਪਰਮਹੰਸ ਬੰਟੀ ਰਮਾਣਾ, ਜੈਤੋਂ ਰਾਖਵਾਂ ਹਲਕਾ ਉੱਥੋਂ ਸੂਬਾ ਸਿੰਘ ਬਾਦਲ ਅਤੇ ਮੁਕਤਸਰ ਸਾਹਿਬ ਤੋਂ ਮੌਜੂਦਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੂੰ ਆਪੋ ਆਪਣੇ ਥਾਵਾਂ ਤੋਂ ਉਮੀਦਵਾਰ ਭਾਵ 6 ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਹੈ। ਹੁਣ ਇਸ ਖਬਰ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਸੁਖਬੀਰ ਬਾਦਲ ਨੇ ਜਦੋਂ ਬੀਤੇ ਦਿਨੀ ਰਾਮਪੁਰਾ ਫੂਲ ਤੋਂ ਉਮੀਦਵਾਰ ਐਲਾਨਿਆ ਸੀ ਸਿਕੰਦਰ ਸਿੰਘ ਮਲੂਕਾ ਨੂੰ, ਉਹ ਕਹਿੰਦੇ ਸੀ ਨਾ ਮੈਂ ਇੱਥੋਂ ਚੋਣ ਨਹੀਂ ਲੜਨੀ। ਉਹ ਹਲਕਾ ਮੌੜ ਤੋਂ ਆਪਣੀ ਦਾਅਵੇਦਾਰੀ ਠੋਕ ਰਹੇ ਸੀ। ਉਹ ਸਾਬਕਾ ਮੰਤਰੀ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਨੇ। ਜਦੋਂ ਹੁਣ ਉਹਨਾਂ ਨੂੰ ਦਰਕਨਾਰ ਕਰਕੇ, ਉਹਨਾਂ ਦੀਆਂ ਧਮਕੀਆਂ ਆਖਾਂ ਨੂੰ ਨਜ਼ਰ ਅੰਦਾਜ਼ ਕਰਕੇ ਸੁਖਬੀਰ ਬਾਦਲ ਹੋਰਾਂ ਨੇ ਮੌੜ ਤੋਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਉਮੀਦਵਾਰ ਐਲਾਨ ਦਿੱਤਾ, ਤਾਂ ਫਿਰ ਸਿਕੰਦਰ ਸਿੰਘ ਮਲੂਕਾ ਹੋਰਾਂ ਦਾ ਪਾਰਾ ਜਿਹੜਾ ਹਾਈ ਹੋ ਗਿਆ। ਉਹਨਾਂ ਨੇ ਸੁਖਬੀਰ ਬਾਦਲ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦੇ ਉੱਤੇ ਸਵਾਲ ਚੁੱਕੇ ਨੇ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਜਦੋਂ ਤੱਕ ਪਾਰਟੀ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਸੀ ਤਾਂ ਸਮੁੱਚੇ ਫੈਸਲੇ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਕੇ ਲੈ ਜਾਂਦੇ ਸੀ, ਸਹਿਮਤੀ ਬਣਾ ਕੇ ਲੈ ਜਾਂਦੇ ਸੀ। ਪਰ ਕਹਿੰਦੇ ਸੁਖਬੀਰ ਇਸ ਤਰ੍ਹਾਂ ਨਹੀਂ ਕਰਦਾ। ਉਹਨਾਂ ਆਖਿਆ ਕਿ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਉਹਦਾ ਪੁੱਤੀ ਚੋਣ ਲੜੂ ਤੇ ਜਿਹੜੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੇ, ਜਦੋਂ ਹੁਣ ਮੈਂ ਮੌੜ ਤੋਂ ਚੋਣ ਲੜਨੀ ਚਾਹੁੰਦਾ ਸੀ, ਉੱਥੋਂ ਮੈਨੂੰ ਟਿਕਟ ਨਹੀਂ ਦਿੱਤੀ, ਤਾਂ ਹੁਣ ਮੈਂ ਚੋਣ ਨਹੀਂ ਲੜਨੀ। ਵੇਖਦੇ ਹਾਂ ਕਿ ਮਲੂਕਾ ਸਾਹਿਬ ਰੁੱਸੇ ਰਹਿੰਦੇ ਹੈ
ਜਾਂ ਸੁਖਬੀਰ ਬਾਦਲ ਉਹਨਾਂ ਨੂੰ ਮਨਾਉਣ ਵਿੱਚ ਕਾਮਯਾਬ ਹੁੰਦੇ ਹੈ। ਅਗਲੀ ਖਬਰ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਬਸਤਾੜਾ ਟੋਲ ਪਲਾਜ਼ਾ ਤੇ ਕਿਸਾਨਾਂ ਦੇ ਉੱਤੇ ਜ਼ਬਰਦਸਤ ਲਾਠੀ ਚਾਰਜ ਕਰ ਦਿੱਤਾ ਗਿਆ ਸੀ, ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਸੀ ਅਤੇ ਇੱਕ ਕਿਸਾਨ ਦੀ ਮੌਤ ਵੀ ਹੋਈ ਹੈ। ਉਹ ਲਾਠੀ ਚਾਰਜ ਦਾ ਹੁਕਮ ਦਿੱਤਾ ਸੀ ਕਰਨਾਲ ਦੇ ਐਸਡੀਐਮ ਆਯੂਸ਼ ਸਿਨਹਾ ਨੇ। ਉਹਨਾਂ ਦੇ ਸਮੇਤ ਕਈ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤੇ ਜਾਣ ਦੀ ਖਬਰ ਮਿਲ ਰਹੀ ਹੈ। ਹੁਣ ਸਿਨਹਾ ਨੂੰ ਕਰਨਾਲ ਦੇ ਐਸਡੀਐਮ ਤੋਂ ਬਦਲ ਦਿੱਤਾ ਗਿਆ। ਨਾਗਰਿਕ ਸਰੋਤ ਸੂਚਨਾ ਵਿਭਾਗ ਦੇ ਵਧੀਕ ਸਕੱਤਰ ਦੇ ਵਜੋਂ ਉਹਨਾਂ ਨੂੰ ਨਿਯੁਕਤੀ ਦੇ ਦਿੱਤੀ ਗਈ ਹੈ। ਸ਼ਾਇਦ ਤੁਹਾਨੂੰ ਯਾਦ ਹੀ ਹੋਣਾ ਹੈ ਕਿ ਇਸ ਲਾਠੀ ਚਾਰਜ ਦੀ ਘਟਨਾ ਦੇ ਦੌਰਾਨ ਇਸ ਐਸਡੀਐਮ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹ ਪੁਲਿਸ ਨੂੰ ਕਿਸਾਨਾਂ ਦੇ ਸਿਰ ਭੰਨਣ ਤੱਕ ਦੇ ਆਦੇਸ਼ ਦਿੰਦਾ ਨਜ਼ਰ ਆ ਰਿਹਾ ਸੀ। ਉਸ ਵੀਡੀਓ ਦਾ ਕਿਸਾਨ ਜਥੇਬੰਦੀਆਂ ਨੇ, ਸਿਆਸੀ ਪਾਰਟੀਆਂ ਨੇ, ਕੁਝ ਆਗੂਆਂ ਨੇ ਜ਼ਬਰਦਸਤ ਨੋਟਿਸ ਲਿਆ ਸੀ, ਜਦਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਸਡੀਐਮ ਦੀ ਉਹ ਸ਼ਬਦਾਵਲੀ ਦੀ ਤਾਂ ਨਿੰਦਿਆ ਕੀਤੀ ਸੀ, ਪਰ ਨਾਲ ਪੱਖ ਵੀ ਪੂਰ ਲਿਆ ਸੀ। ਉਹ ਕਹਿੰਦੇ ਹਰਿਆਣਾ ਦੇ ਵਿੱਚ ਅਮਨ ਕਾਨੂੰਨ ਦਾ ਹਵਾਲਾ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਨਹੀਂ, ਅਮਨ ਕਾਨੂੰਨ ਦੀ ਸਥਿਤੀ ਉਹ ਕਾਬੂ ਵਿੱਚ ਰੱਖਣਾ ਚਾਹੁੰਦੇ ਸੀ, ਪਰ ਜਿਹੜੇ ਤਰੀਕੇ ਨਾਲ ਉਹ ਕਹਿ ਰਹੇ ਸੀ ਉਹਨਾਂ ਦਾ ਕਹਿਣ ਦਾ ਢੰਗ ਠੀਕ ਨਹੀਂ ਸੀ। ਤੇ ਦੂਸਰੇ ਪਾਸੇ ਉੱਥੋਂ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਉਹਨਾਂ ਨੇ ਇਸ ਐਸਡੀਐਮ ਦੇ ਖਿਲਾਫ ਬਣਦੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਆ ਦੇਖ ਲਓ ਕਾਰਵਾਈ ਹੋ ਗਈ। ਪਰ ਭਾਰਤੀ ਕਿਸਾਨ ਯੂਨੀਅਨ ਦੇ ਹਰਿਆਣਾ ਤੋਂ ਵੱਡੇ ਆਗੂ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਆਖਿਆ ਸੀ ਕਿ ਐਸਡੀਐਮ ਦਾ ਤਬਾਦਲਾ ਨਹੀਂ, ਇਹਦੀ ਬਰਖਾਸਤਗੀ ਚਾਹੀਦੀ ਹੈ। ਆ ਤਬਾਦਲੇ ਤੋਂ ਬਾਅਦ ਵੀ ਉਹਨਾਂ ਨੇ ਇਹ ਗੱਲ ਅਸਵੀਕਾਰ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਤੇ ਲਾਠੀ ਚਾਰਜ ਦਾ ਆਦੇਸ਼ ਦੇਣ ਵਾਲੇ ਇਸ ਆਈਏਐਸ ਅਧਿਕਾਰੀ ਨੂੰ ਬਰਖਾਸਤ ਕੀਤਾ ਜਾਵੇ, ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ, ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲਾਠੀ ਚਾਰਜ ਕਰਨ ਵਾਲੇ ਹੋਰ ਪੁਲਿਸ ਅਧਿਕਾਰੀਆਂ ਦੇ ਉੱਤੇ ਹੀ ਬਣਦੇ ਕੇਸ ਦਰਜ ਕੀਤੇ ਜਾਣ। ਤੇ ਨਾਲ ਉਹਨਾਂ ਇਹ ਵੀ ਦੱਸਿਆ ਕਿ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀ ਇੱਕ ਵੱਡਾ ਸਮਾਗਮ ਕੀਤਾ ਸੀ, ਜਿਸ ਦੇ ਵਿੱਚ 6 ਸਤੰਬਰ ਤੱਕ ਦਾ ਸਰਕਾਰ ਨੂੰ ਹਰਿਆਣੇ ਦੀ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਜੇਕਰ 6 ਸਤੰਬਰ ਤੱਕ ਤੁਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਅੰਦੋਲਨ ਸ਼ੁਰੂ ਹੋ ਜਾਣਾ ਹੈ। ਪਰ ਦੂਸਰੇ ਪਾਸੇ ਰਾਕੇਸ਼ ਟਕੈਤ ਨੇ ਕਿਹਾ ਸੀ, ਉਹ ਕਹਿੰਦੇ ਦੇਖੋ ਅਸਲ ਦੇ ਵਿੱਚ ਖੱਟੜ ਸਰਕਾਰ ਚਾਹੁੰਦੀ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਅੰਦੋਲਨ ਬਦਲ ਕੇ ਹਰਿਆਣੇ ਲਿਆਂਦਾ ਜਾਵੇ। ਅਸਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮਨੋਹਰ ਲਾਲ ਖੱਟੜ ਆਪਣੀ ਤਰੱਕੀ ਚਾਹੁੰਦਾ ਹੈ। ਉਹਨਾਂ ਨੇ ਇਹ ਵੀ ਆਖਿਆ ਸੀ ਕਿ ਅਸੀਂ ਇਹਨਾਂ ਤੋਂ ਮੰਗ ਕੋਈ ਨਹੀਂ ਕਰਦੇ, ਅਸੀਂ ਤਾਂ ਆਰ ਪਾਰ ਦੀ ਲੜਾਈ ਲੜ ਰਹੇ ਹਾਂ, ਅਸੀਂ ਜਿੱਤਾਂਗੇ ਤੇ ਜਿੱਤ ਕੇ ਅਸੀਂ ਆਪਣੇ ਆਪ ਮਨਾ ਲਾਂਗੇ ਕਿ ਸਾਨੂੰ ਚਾਹੀਦਾ ਕੀ ਹੈ। ਦੂਸਰੇ ਪਾਸੇ ਪੰਜਾਬ ਵਾਲੇ ਪਾਸੋਂ ਇੱਕ ਚੰਗੀ ਖਬਰ ਆ ਰਹੀ ਹੈ ਕਿ ਕਿਸਾਨ ਅੰਦੋਲਨ ਨੂੰ ਸਫਲਤਾ ਮਿਲੀ ਹੈ। ਅਡਾਨੀ ਗਰੁੱਪ ਦੇ ਪੰਜਾਬ ਦੇ ਵਿੱਚੋਂ ਪੈਰ ਉਖੜਨੇ ਸ਼ੁਰੂ ਹੋ ਗਏ ਨੇ। ਪੰਜਾਬ ਦੇ ਵਿੱਚ ਲਗਭਗ 11 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਇਸ ਸੰਘਰਸ਼ ਨੂੰ ਚੱਲਦਿਆਂ 9 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ। ਅਰੇ ਸੰਘਰਸ਼ ਮਹਾ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਿਆ ਹੈ। ਮੁਜ਼ੱਫਰਨਗਰ ਦੇ ਵਿੱਚ ਆਉਣ ਵਾਲੀ 5 ਤਰੀਕ ਨੂੰ ਮਹਾ ਪੰਚਾਇਤ ਵੀ ਹੋਣ ਜਾ ਰਹੀ ਹੈ, ਪਰ ਉਹਦੇ ਤੋਂ ਪਹਿਲਾਂ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਕਿਸਾਨੀ ਅੰਦੋਲਨ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ। ਇਸ ਜਾਣਕਾਰੀ ਦੇ ਅਨੁਸਾਰ ਪੰਜਾਬ ਕੰਟੇਨਰ ਸਰਵਿਸ ਨੇ ਕਿਲਾ ਰਾਏਪੁਰ ਦੇ ਵਿੱਚ ਭਾਰਤ ਦੇ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਗਰੁੱਪ ਦੇ ਨਾਲ ਭਾਰੀ ਮਸ਼ੀਨਰੀ ਦੇਣ ਦਾ ਜਿਹੜਾ ਕਰਾਰ ਕੀਤਾ ਹੋਇਆ ਸੀ ਉਹ ਖਤਮ ਕਰ ਦਿੱਤਾ ਤੇ ਆਪਣੀ ਮਸ਼ੀਨਰੀ ਉਹ ਤੋਂ ਵਾਪਸ ਸੱਦਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੰਪਨੀ ਦੇ ਮਾਲਕ ਨੇ ਲੁਧਿਆਣਾ ਦੇ ਰਹਿਣ ਵਾਲੇ ਮੁਕੇਸ਼ ਖੋਸਲਾ, ਉਹਨਾਂ ਨੇ ਕਿਸਾਨਾਂ ਨੂੰ ਲਿਖਤੀ ਭਰੋਸਾ ਦੇ ਦਿੱਤਾ ਹੈ ਕਿ ਉਹਨਾਂ ਦੀ ਕੰਪਨੀ ਭਵਿੱਖ ਦੇ ਵਿੱਚ ਵੀ ਅਡਾਨੀ ਗਰੁੱਪ ਦੇ ਨਾਲ ਕਦੇ ਵੀ ਕੋਈ ਵਪਾਰਕ ਸਾਂਝ ਨਹੀਂ ਰੱਖੂਗੀ ਅਤੇ ਨਾਲ ਹੀ ਉਹਨਾਂ ਇਹ ਵੀ ਆਖਿਆ ਕਿ ਅੰਦੋਲਨ ਦੀ ਜਿੱਤ ਤੱਕ ਉਹ ਕਿਸਾਨਾਂ ਦਾ ਸਾਥ ਵੀ ਦਿੰਦੇ ਰਹਿਣਗੇ। ਕਿਸਾਨ ਆਗੂਆਂ ਨੇ ਇਸ ਨੂੰ ਸੰਘਰਸ਼ ਦੀ ਇੱਕ ਵੱਡੀ ਜਿੱਤ ਦੱਸਿਆ ਕਿ ਪੰਜਾਬ ਦੇ ਵਿੱਚੋਂ ਕਾਰਪੋਰੇਟਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹੈ, ਕਿਉਂਕਿ ਪੰਜਾਬ ਦੇ ਵਪਾਰਕ ਅਦਾਰੇ ਘਰਾਣੇ ਆ ਵੱਡਿਆਂ ਘਰਾਣਿਆਂ ਦੇ ਨਾਲੋਂ ਨਾਤੇ ਤੋੜਨੇ ਸ਼ੁਰੂ ਕਰ ਰਹੇ ਨੇ। ਇੱਥੇ ਇਹ ਵੀ ਦੱਸਣਾ ਬਣਦਾ ਕਿ ਅਡਾਨੀ ਗਰੁੱਪ ਨੇ 24 ਜੁਲਾਈ ਨੂੰ ਇਹ ਖੁਸ਼ਕ ਬੰਦਰਗਾਹ ਤੋਂ ਆਪਣੇ ਫੱਟੇ ਭਾਵ ਸਾਈਨ ਬੋਰਡ ਲਾ ਲਏ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਅਡਾਨੀ ਗਰੁੱਪ ਨਾਲ ਠੇਕੇ ਤੇ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਵੀ ਹੁਣ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹੈ ਅਤੇ ਕਿਸਾਨੀ ਘੋਲ ਦੀ ਜਿੱਤ ਦੇ ਵਿੱਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ। ਪਰ ਕਿਸਾਨਾਂ ਨੇ ਇਹ ਆਖਿਆ, ਕਿਸਾਨ ਆਗੂਆਂ ਨੇ ਇਹ ਆਖਿਆ ਕਿ ਹਾਲੇ ਇਹ ਸਫਲਤਾ ਦੀ ਇੱਕ ਜਿੱਤ ਹੈ, ਵੱਡੀ ਜਿੱਤ ਜਿੱਤਣੀ ਬਾਕੀ ਹੈ, ਜਿਹਦੇ ਵਾਸਤੇ ਉਹਨਾਂ ਨੇ ਸਮੁੱਚੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਭਾਈਚਾਰੇ ਨੂੰ ਅਪੀਲ ਵੀ ਕੀਤੀ ਹੈ ਕਿ ਚਲੋ
ਦਿੱਲੀ ਚੱਲ ਰਹੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਓ। ਸੋ ਦੋਸਤੋ, ਕੁੱਲ ਮਿਲਾ ਕੇ ਆਪਣਾ ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।